ਬੱਕਰੀਆਂ ਦੇ ਬਾਰੇ 'ਚ ਸਭ ਤੋਂ ਵੱਡੀ ਗੁਰ ਦੀ ਗੱਲ ਹੈ ਕਿ ਜਿਸ ਭਰਾ ਨੇ ਬੱਕਰੀ ਰੱਖਣੀ ਹੈ ਉਹ ਪਹਿਲਾਂ ਇਹ ਲਾਜ਼ਮੀ ਸਮਝੇ, ਇਹ ਲਾਜ਼ਮੀ ਜ਼ਰੂਰੀ ਇਹ ਆਪਣੇ ਜ਼ਿਹਨ ਦੇ ਵਿੱਚ ਰੱਖੇ ਕਿ ਅਗਰ ਇਹਨੂੰ ਮੈਂ ਚਾਰਾਂਗਾ ਨਹੀਂ ਨਾ ਮੈਨੂੰ ਫਾਇਦਾ ਨਹੀਂ ਦੇਣ ਲੱਗੀਆਂ, ਯਾਨੀ ਕਿ ਖਿਲਾਫ ਹੋਏਗਾ, ਯਾਨੀ ਕਿ ਹੋਏਗਾ ਤੇ ਸਹੀ ਫਾਇਦਾ ਤੇ ਹੋਏਗਾ, ਲੇਕਿਨ ਉਹ ਫਾਇਦਾ ਬਹੁਤ ਘੱਟ ਜਿਹੜਾ ਨਾ ਮੁਨਾਫੇ 'ਚ ਹੋਏਗਾ, ਤਦਾਦ 'ਚ ਜ਼ਿਆਦਾ ਨਹੀਂ ਹੋਏਗਾ ਤੁਹਾਨੂੰ। ਅਗਰ ਤੁਸੀਂ ਇਹਨਾਂ ਨੂੰ ਖੋਲ ਕੇ ਇਹਨਾਂ ਨੂੰ ਬਾਹਰ ਲੈ ਕੇ ਜਾਂਦੇ ਹੋ, ਇੱਕ ਤਾਂ ਤੁਹਾਡੀ ਖੁਰਾਕ ਦੀ ਬਚਤ ਹੋਏਗੀ, ਹਾਂਜੀ, ਦੂਸਰਾ ਇਹ ਸਫ਼ਰ ਕਰਨਗੀਆਂ, ਥੱਕਣਗੀਆਂ, ਕਿਸੇ ਦਰਖਤ ਤੇ ਚੜ੍ਹਨਗੀਆਂ, ਕਿਤੇ ਲੱਤਾਂ ਉੱਤੇ ਕਰਨਗੀਆਂ, ਕਿਤੇ ਕੋਈ ਮਸਲਾ ਕੋਈ ਐਕਸਰਸਾਈਜ਼ਾਂ ਹੁੰਦੀਆਂ ਨੇ ਬੱਕਰੀਆਂ ਜਿਹੜੀਆਂ ਨੇ ਉਹ ਕਰਦੀਆਂ ਨੇ, ਹਾਂਜੀ। ਅਗਰ ਉਹ ਆਪਣੀ ਬੱਕਰੀ ਕਰ ਲੈਂਦੀ ਹੈ ਤਾਂ ਮਾਸ਼ਾਅੱਲਾ ਬੱਕਰੀ ਜਿਹੜੀ ਹੈ ਉਹ ਫਿਰ ਕੋਲ ਫਿੱਟ ਹੁੰਦੀ ਹੈ, ਹਾਂਜੀ। ਤੋਰਦੇ ਹਾਂਜੀ। ਅੱਗੇ ਕੋਈ ਬਰੀਡਰ ਰੱਖਿਆ ਨਹੀਂ? ਅੱਗੇ ਕੋਈ ਨਹੀਂ, ਅੱਗੇ ਬਰੀਡਰ ਮੇਰੇ ਕੋਲ ਇੱਕ ਹੈ ਸੀ, ਉਹ ਮੈਂ ਜਿਹੜਾ ਨਾ ਫਰੋਖਤ ਕਰ ਦਿੱਤਾ। ਹੁਣ ਮੇਰੇ ਕੋਲ ਮਾਸ਼ਾਅੱਲਾ ਜਿਹੜਾ ਨਾ ਕੋਈ 7 ਤੋਂ 8 ਬੱਕਰੇ ਨੇ, ਉਹਨਾਂ ਦੇ ਵਿੱਚ ਬੱਕਰਾ ਇੱਕ ਹੈ ਰਾਜਨਪੁਰੀ ਹੈ, ਇੱਕ ਉਹ ਗੁਲਾਬੋ ਨਸਲ ਦਾ ਹੈ। ਇਨਸ਼ਾਅੱਲਾ ਤਾਲਾ ਇਹਨਾਂ ਨੂੰ ਦੋਵਾਂ ਨੂੰ। ਅੱਛਾ, ਜਿਹੜੇ ਬੱਕਰੇ ਤੁਸੀਂ ਹੁਣ ਰੱਖੇ ਨੇ ਕੋਲ ਕਦੋਂ ਵੇਚੋਗੇ? ਇਨਸ਼ਾਅੱਲਾ ਤਾਲਾ ਜੀ ਨੈਕਸਟ ਈਦ ਤੇ, ਅਗਲੀ ਈਦ ਤੇ। ਅਗਲੀ ਈਦ ਤੇ, ਠੀਕ ਹੈ। ਇਸ ਸਾਲ ਤੇ ਹੈ ਨੇ ਵਿੱਚ ਬੱਕਰੇ, ਲੇਕਿਨ ਉਹਨਾਂ ਦਾ ਵਜ਼ਨ ਪੂਰਾ ਨਹੀਂ, ਇਹਨੂੰ ਅਗਲੇ ਨੈਕਸਟ ਸਾਲ ਕਰ ਦਿਆਂਗੇ। ਸਰ ਥੋੜਾ ਜਿਹਾ ਵਜ਼ਾਹਤ ਨਾਲ ਦੱਸਿਓ ਕਿ ਗੋਟ ਫਾਰਮ ਜਿਹੜਾ ਛੋਟਾ ਹੈ ਜਾਂ ਵੱਡਾ ਹੈ, ਇਹਦਾ ਇਨਹਿਸਾਰ ਕਿੰਨਾ ਕੁ ਬਰੀਡਰ ਦਾ ਹੁੰਦਾ ਹੈ? ਅਗਰ ਬਲੀਡਰ ਨਹੀਂ ਹੈ ਤੇ ਗੋਡ ਫਾਰਮ ਦਾ ਕੋਈ ਮੈਨੂੰ ਨਹੀਂ ਲੱਗਦਾ ਆਪਣੇ ਨੌਲੇਜ ਦੇ ਮੁਤਾਬਕ ਉਹਦਾ ਕੋਈ ਫਾਇਦਾ ਹੈ, ਕੋਈ ਮੁੱਲ ਨਹੀਂ ਉਹਦਾ, ਕੋਈ ਮੁੱਲ ਨਹੀਂ। ਕਿਉਂਕਿ ਅਗਰ ਤੁਹਾਡੀ ਬੱਕਰੀ ਤਿਆਰ ਹੋ ਜਾਂਦੀ ਹੈ, ਤੁਹਾਡੇ ਕੋਲ ਜਿਹੜਾ ਨਾ ਨਹੀਂ ਹੈ, ਬਲੀਡਰ ਨਹੀਂ ਹੈ, ਤੇ ਕੀ ਕਰੋਗੇ ਤੁਸੀਂ? ਨਸਲੀ ਬੱਕਰੀ ਹੋਏ ਮਾੜਾ ਲੇਲਾ ਉਹਨੂੰ ਕਰਦੇ ਤੇ ਉਹਦਾ ਕੀ ਫਾਇਦਾ ਉਹਦਾ ਚੀਜ਼ ਦਾ? ਠੀਕ ਹੈ, ਯਾਨੀ ਬਰੀਡਰ ਹੋਏ ਵੀ ਤੇ ਹੋਏ ਵੀ ਚੰਗੀ ਨਸਲ ਦਾ ਹੋਣਾ ਚਾਹੀਦਾ ਕਿ ਤਾਂ ਕਿ ਮਾੜੀ ਬੱਕਰੀ ਵੀ ਉਹਦੇ ਕੋਲੋਂ ਬਣ ਜਾਂਦੀ ਹੈ ਤੇ ਉਹ ਵੀ ਜਿਹੜਾ ਨਾ ਅੱਛੀ ਨਸਲ ਦੇ ਬੱਚੇ ਅੱਗੋਂ ਜਿਹੜਾ ਨਾ ਉਹ। ਸਰ ਬਰੀਡਰ ਜਿਹੜਾ ਉਹਦੀ ਉਮਰ ਕਿੰਨੀ ਕੁ ਹੁੰਦੀ ਹੈ ਤੇ ਉਹ ਬਰੀਡਿੰਗ ਦੇ ਕਾਬਿਲ ਹੋ ਜਾਂਦਾ? ਤਕਰੀਬਨ ਜਿਹੜਾ ਸਾਡੀ ਨਸਲ ਦਾ ਇਸ ਏਰੀਏ ਦੇ ਹੀ ਨਸਲ ਦਾ ਬਰੀਡਰ ਹੈ, ਉਹਨੂੰ ਤੇ ਤਕਰੀਬਨ 1 ਸਾਲ ਦੇ ਵਿੱਚ ਜਿਹੜਾ ਨਾ ਉਹ ਤਿਆਰ ਹੋ ਜਾਂਦਾ ਬੱਕਰੀਆਂ ਵਾਸਤੇ। ਤੇ ਜਿਹੜਾ ਰਾਜਨਪੁਰ ਵਾਲਾ ਇਹ ਤਕਰੀਬਨ ਜਿਹੜਾ ਨਾ ਕੋਈ ਸਾਲ ਤੋਂ ਉੱਤੇ ਤਕਰੀਬਨ 4 ਮਹੀਨੇ ਲਾ ਲਓ, 5 ਮਹੀਨੇ ਲਾ ਲਓ, ਇਹ ਇੰਨਾ ਟਾਈਮ ਕੱਢ ਜਾਂਦਾ। ਸਰ ਗੋਟ ਫਾਰਮਿੰਗ ਦੇ ਵਿੱਚ ਟੈਂਪਰੇਚਰ ਜਿਹੜਾ ਗਰਮੀ ਸਰਦੀ ਦਾ ਕੋਈ ਅਸਰ ਹੈ? ਹਾਂ ਸਰ ਬਿਲਕੁਲ। ਅਸੀਂ ਤੁਸੀਂ ਇਹ ਦੇਖੋ ਕਿ ਸਾਹਮਣੇ ਅਸੀਂ ਜਿਹੜਾ ਨਾ ਗਰਮੀਆਂ ਨੂੰ ਇਹ ਦਰਵਾਜ਼ੇ ਅਸੀਂ ਇਹ ਸਾਹਮਣੇ ਵਾਲੇ ਦਰਵਾਜ਼ੇ ਬਿਲਕੁਲ ਖੋਲ੍ਹ ਦਿੰਦੇ ਹਾਂ, ਖਿੜਕੀਆਂ ਲਾਈ ਦੀਆਂ ਨੇ, ਜਾਲੀ ਲਾਈ ਦੀ ਹੈ ਕਿ ਤਾਂ ਕਿ ਹਵਾ ਅੰਦਰ ਆਏ, ਬਾਹਰ ਆਏ, ਜਿਹੜੀ ਆਕਸੀਜਨ ਖਾਰਜ ਕਰਦੇ ਨੇ ਉਹ ਬਾਹਰ ਨਿਕਲੇ, ਤਾਜ਼ੀ ਹਵਾ ਅੰਦਰ ਆਏ। ਸਰਦੀਆਂ 'ਚ ਇਹਨੂੰ ਬਿਲਕੁਲ ਬੰਦ ਕਰ ਦਿੱਤਾ ਜਾਂਦਾ, ਇਹਦੇ ਅੰਦਰ ਜਿਹੜਾ ਨੇ ਹੀਟਰ ਵਗੈਰਾ ਜਾਂ ਕੋਈ ਅੱਗ ਵਗੈਰਾ ਦਾ ਅਸੀਂ ਪ੍ਰੋਗਰਾਮ ਬਣਾਉਂਦੇ ਹਾਂ ਇਹਨਾਂ ਵਾਸਤੇ, ਉਹ ਜਿਹੜਾ ਨੇ ਇਹਨਾਂ ਨੂੰ ਕਰੀ। ਸਰ ਇਹਨਾਂ ਦੀ ਵੈਕਸੀਨੇਸ਼ਨ ਦਾ ਕੀ ਸ਼ਡਿਊਲ ਰੱਖਿਆ ਜੀ? ਕੋਈ ਐਡਾ ਵੱਡਾ ਸ਼ਡਿਊਲ ਨਹੀਂ ਹੈ। ਇਨਸ਼ਾਅੱਲਾ ਤਾਲਾ ਸਾਡੀਆਂ ਜਿੰਨੀਆਂ ਵੀ ਬੱਕਰੀਆਂ ਨੇ ਅਸੀਂ ਸਾਰੀਆਂ ਨੂੰ ਸਫ਼ਰ ਕਰਵਾਉਂਦੇ ਹਾਂ, ਸ਼ਾਮ ਨੂੰ ਲੈ ਕੇ ਜਾਂਦੇ ਹਾਂ। ਸਾਡੀ ਬੱਕਰੀ ਐਡੀ ਜਲਦੀ ਬਿਮਾਰ ਵਗੈਰਾ ਕੋਈ ਐਡੀ, ਯਾਨੀ ਚਰਾਈ ਦਾ ਵੀ ਇੱਕ ਫਾਇਦਾ? ਹਾਂਜੀ, ਚਰਾਈ ਦਾ ਬਹੁਤ ਵੱਡਾ ਫਾਇਦਾ ਹੈ ਕਿ ਤੁਹਾਡੀ ਬੱਕਰੀ ਜਿਹੜੀ ਹੈ ਨਾ ਸਫ਼ਰ ਕਰਦੀ ਹੈ, ਸਫ਼ਰ ਕਰਕੇ ਆ ਕੇ ਉਹ ਜਿਹੜਾ ਨਾ ਬਾਹਰ ਜਾਂਦੀ ਹੈ, ਜੜੀ ਬੂਟੀ ਖਾਂਦੀ ਹੈ, ਮੁਖਤਲਿਫ ਕਿਸਮ ਦੇ ਜਿਹੜਾ ਨਾ ਉਹ ਪੌਦੇ ਖਾਂਦੀ ਹੈ, ਤੇ ਉਹਨੂੰ ਕੋਈ ਐਸੀ ਵੱਡੀ ਖਾਸ ਬਿਮਾਰੀ ਨਹੀਂ ਰਹਿੰਦੀ। ਨਜ਼ਲਾ, ਜ਼ੁਕਾਮ, ਅੱਗੇ ਪਿੱਛੇ ਕੋਈ ਛੋਟਾ ਮੋਟਾ ਜਿਹੜਾ ਉਹ ਚੱਲਦਾ ਰਹਿੰਦਾ, ਉਹ ਅਸੀਂ ਆਪਣੇ ਜਿਹੜੇ ਪੰਜਾਬੀ ਟੋਟਕੇ ਸਮਝ ਲਓ ਕਿ ਉਹ ਉਹਨਾਂ ਨੂੰ ਇਸਤੇਮਾਲ ਕਰਾਈਦਾ ਤੇ ਉਹਦੇ ਨਾਲ ਉਹਨੂੰ ਤਕਰੀਬਨ। ਅੱਛਾ, ਮੋਟੇ ਟੋਟਕੇ ਦੱਸਿਓ। ਟੋਟਕੇ ਇਹੋ ਹੀ ਨੇ, ਨਿਲ ਜੈਨ ਦੇ ਦਿੰਦੇ ਆ ਟਾਈਮ ਨਾਲ, ਹਾਂਜੀ। ਉਸ ਤੋਂ ਬਾਅਦ ਤੇਲ ਦੇ ਦੀਦਾ ਟਾਈਮ ਨਾਲ ਬੱਕਰੀਆਂ ਨੂੰ, ਹਾਂਜੀ, ਲੱਸੀ ਦੇ ਵਿੱਚ ਪਾ ਕੇ। ਜਿਹੜਾ ਕਿ ਅੱਜ ਇਹਨਾਂ ਦਾ ਟਾਈਮ ਹੈ ਇਨਸ਼ਾਅੱਲਾ ਤਾਲਾ ਉਹ ਦਿੱਤਾ ਜਾਏਗਾ ਇਹਨਾਂ ਨੂੰ। ਤੇਲ ਲਿਆਂਦਾ ਦਾ ਕਿਲੋ, ਉਹ ਇਹਨਾਂ ਨੂੰ ਲੱਸੀ ਦੇ ਵਿੱਚ ਸ਼ਾਮਲ ਕਰਕੇ ਉਹ ਦਿੱਤਾ ਜਾਂਦਾ। ਅੱਛਾ, ਫੀ ਬੱਕਰੇ ਨੂੰ ਕਿੰਨਾ ਕੁ ਦਿੰਦੇ ਹੋ? ਤਕਰੀਬਨ 1 ਸਟਾਕੀ। 1 ਸਟਾਕੀ? 1 ਸਟਾਕੀ। ਉਹਦੇ ਨਾਲ ਫਰਕ ਕੀ ਪੈਂਦਾ? ਉਹਦੇ ਨਾਲ ਬੱਕਰੇ ਨੂੰ ਇਹ ਫਰਕ ਪੈਂਦਾ ਹੈ ਕਿ ਅੱਜ ਕੱਲ੍ਹ ਸਿੱਟਾ ਹੈ ਬਹੁਤ ਜ਼ਿਆਦਾ ਗੰਦਮ ਦਾ ਬਾਹਰ, ਉਹ ਗਰਮ ਹੋ ਜਾਂਦਾ ਬਹੁਤ ਜ਼ਿਆਦਾ, ਤੇ ਫਿਰ ਉਹ ਤੇਲ ਦੇ ਨਾਲ ਜਿਹੜਾ ਨਾ ਬੱਕਰਾ ਠੰਡਾ ਰਹਿੰਦਾ ਤੇ ਉਹ ਜਿਹੜਾ ਨਾ ਆਪਣੀ ਤਾਕਤ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਦਾ ਹੈ, ਜ਼ਾਇਆ ਨਹੀਂ ਕਰਦਾ। ਹਾਂਜੀ, ਠੀਕ ਹੈ। ਅੱਛਾ ਸਰ, ਬੱਕਰੀਆਂ ਦੇ ਬਾਰੇ 'ਚ ਕੋਈ ਗੁਰ ਦੀ ਗੱਲ ਦੱਸੋ। ਅੱਛਾ ਸਰ, ਤੁਸੀਂ ਬੱਕਰੇ ਵੀ ਰੱਖੇ ਦੇ ਨੇ ਵੇਚਣ ਵਾਸਤੇ, ਹਾਂਜੀ, ਇਹਨਾਂ ਦੀ ਫੈਟਿੰਗ ਵਾਸਤੇ ਕੀ ਪ੍ਰੋਸੈਸ ਕਰਦੇ ਹੁੰਦੇ ਹੋ? ਫਾਈਟਿੰਗ ਮਤਲਬ ਮੋਟਿਆਂ ਹੋਣ ਵਾਸਤੇ ਅਸੀਂ ਕੋਈ ਖਾਸ ਤੇ ਨਹੀਂ, ਲੇਕਿਨ ਇਹ ਕਿ ਉਹਨਾਂ ਦਿਨਾਂ ਦੇ ਵਿੱਚ ਆ ਕੇ ਦੇਸੀ ਇਹੋ ਹੀ ਹੈ ਕਿ ਕਰਾ ਲੈ ਆਈਦਾ ਜੀ, ਹਾਂਜੀ। ਉਹ ਕਰੇ ਦਾ ਇਸਤੇਮਾਲ ਥੋੜਾ ਜਿਹਾ ਮਕਦਾਰ ਦੇ ਵਿੱਚ ਜ਼ਿਆਦਾ ਕਰ ਲਈਦਾ, ਹਾਂਜੀ। ਬਾਹਰੋਂ ਚਰ ਕੇ ਆਏ ਤੇ ਉਹਨੂੰ ਥੋੜਾ ਬਹੁਤਾ ਰਾਤ ਨੂੰ ਜਿਹੜਾ ਨਾ ਗੁੜ ਵਗੈਰਾ ਦਈਦਾ, ਕਰਾ ਦਈਦਾ, ਤੇ ਬਾਕੀ ਤਾਂ ਕੋਈ ਨਹੀਂ ਐਡਾ, ਕੋਈ ਨਹੀਂ ਮਤਲਬ ਕੋਈ ਫੀਡ ਵਗੈਰਾ ਨਹੀਂ, ਅਸੀਂ ਫੀਡ ਦਿੰਦੇ ਹੀ ਨਹੀਂ ਕਿਸੇ ਜਾਨਵਰ ਨੂੰ। ਸਰ ਬੱਕਰੀ ਛੋਟੀ ਜਦੋਂ ਨਵੀਂ ਹੋਣ ਤੇ ਆਉਂਦੀ ਹੈ ਤੇ ਉਦੋਂ
ਯਾਨੀ ਕਿ ਇੱਕ ਤੇ ਬਰੀਡਰ ਹੈ ਨਾ, ਤੇ ਅਗਰ ਬਰੀਡਰ ਨਾ ਆਏ ਤਾਂ ਬੰਦਾ ਪਹਿਚਾਨ ਲੈਂਦਾ। ਹਾਂ ਤਕਰੀਬਨ ਬੱਕਰੀ ਇੱਕ ਤੇ ਖੁਦ ਵੀ ਉਹਦੇ ਕੋਈ ਆਸਾਰ ਨਜ਼ਰ ਆਉਂਦੇ ਨੇ, ਜਾਂ ਤੇ ਬੱਕਰੀ ਜਿਹੜਾ ਨਾ ਚਿੱਟਾ ਮਾਦਾ ਇੱਕ ਜਿਹੜਾ ਨਾ ਖਾਰਿਜ ਕਰਦੀ ਆ ਪਿਸ਼ਾਬ ਦੇ ਰਸਤੇ, ਜਾਂ ਆਪਣੀ ਪੂਛਲ ਨੂੰ ਜਿਹੜਾ ਨਾ ਉਹ ਬਹੁਤ ਜ਼ਿਆਦਾ ਉਹ ਦੁਮ ਨੂੰ ਉਹ ਹਿਲਾਉਂਦੀ ਹੈ, ਜਾਂ ਕਿਸੇ ਜਾਨਵਰ ਨੂੰ ਦੇਖ ਕੇ ਤੇ ਉਹ ਜ਼ਿਆਦਾ ਜਿਹੜਾ ਨਾ ਆਪਣੇ ਮੂੰਹ ਦੇ ਵਿੱਚੋਂ ਮਿਣਗਣਾ ਦੀ ਆਵਾਜ਼ ਦਿੰਦੀ ਹੈ। ਇਹੋ ਹੀ ਤਕਰੀਬਨ ਇਹ ਦੀਆਂ ਨਿਸ਼ਾਨੀਆਂ ਨੇ। ਨਿਸ਼ਾਨੀਆਂ ਨੇ। ਸਰ ਬੱਕਰੀ ਕੋ ਦੁੱਧ ਕਿੰਨਾ ਕੁ ਲਿਆ ਜਾ ਸਕਦਾ ਹੈ? ਬੱਕਰੀ ਕੋਲੋਂ ਦੁੱਧ ਅਗਰ ਤੇ ਬੱਚੇ ਦੁੱਧ ਨਾ ਪੀਣ ਤੇ ਬੱਕਰੀ ਤਕਰੀਬਨ ਜਿਹੜਾ ਨਾ 2-2.5 ਕਿਲੋ ਦੁੱਧ ਦੇ ਦਿੰਦੀ ਹੈ ਇੱਕ ਟਾਈਮ ਦਾ। ਮਾਸ਼ਾਅੱਲਾ। ਆਮ ਦੇਸੀ ਬੱਕਰੀ ਹੈ ਜਿਹੜੀ, ਦੇਸੀ ਬੱਕਰੀ ਜਿਹੜੀ ਇਸ ਇਲਾਕੇ ਦੀ ਚੰਗੀ ਨਸਲ ਹੈ ਤੇ ਜਿਹੜੀ ਚੰਗੀ ਨਸਲ ਹੈ ਉਹ ਤੇ ਨੈਟ ਤੇ ਵੀ ਦੇਖਣੇ ਪਏ ਆ, ਟੀਵੀਆਂ ਤੇ ਵੀ ਦੇਖਣੇ ਪਏ ਆ ਕਿ 26 ਕਿਲੋ ਵੀ ਦੇ ਰਹੀਆਂ ਨੇ। ਠੀਕ ਹੈ ਸਰ, ਕੀ ਸਮਝਦੇ ਹੋ 26 ਕਿਲੋ ਵਾਲਾ ਸੱਚ ਹੈ ਕਿ ਜਾਂ ਸੁਣੀ ਸੁਣਾਈ ਗੱਲ ਲੱਗਦੀ ਹੈ? ਸਰ ਜਿੱਥੋਂ ਤੱਕ ਤੇ ਬੱਕਰੀ ਦੀ ਪੋਜੀਸ਼ਨ ਦੇਖੀਦਾ ਹੈ ਤਾਂ ਉਸ ਤੱਕ ਤੇ ਨਜ਼ਰ ਆਉਂਦਾ ਕਿ ਯਾਰ ਹੋ ਸਕਦਾ ਹੈ, ਹਾਂਜੀ, ਕਿਉਂਕਿ ਬੱਕਰੀ ਦੀ ਸਿਹਤ, ਬੱਕਰੀ ਦਾ ਉਹ ਖਦੋਹਾਲ ਦੱਸਦਾ ਹੈ ਕਿ ਬੱਕਰੀ ਇਸ ਪੋਜੀਸ਼ਨ ਦੇ ਵਿੱਚ ਹੈ ਕਿ ਜਿਹੜਾ ਨਾ ਦੁੱਧ ਦੇ ਦੇ, ਕਿਉਂਕਿ ਉਹਦੇ ਬਹਾਨੇ ਦੀ, ਉਹਦੇ ਥਣਾ ਦੀ ਬਹੁਤ ਜ਼ਿਆਦਾ ਜਿਹੜੀ ਹੈ ਨਾ ਉਹ ਲੰਬਾਈ, ਚੌੜਾਈ, ਮੋਟਾਈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਸਰ ਬੱਕਰੀ ਕੋਲੋਂ ਜ਼ਿਆਦਾ ਦੁੱਧ ਲੈਣ ਵਾਸਤੇ ਕੋਈ ਫਾਰਮੂਲਾ? ਬਸ ਬੱਕਰੀ ਕੋਲੋਂ ਜ਼ਿਆਦਾ ਦੁੱਧ ਲੈਣ ਦਾ ਫਾਰਮੂਲਾ ਮੇਰੇ ਨਜ਼ਰੀਏ ਦੇ ਮੁਤਾਬਕ ਤੇ ਇਹੋ ਹੀ ਹੈ ਕਿ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਉਹਦੀ ਖੁਰਾਕ ਦਾ ਵੰਡੇ ਛੰਡਾ ਪਾਏ, ਵੰਡਾ ਛੰਡਾ ਪਾਏ, ਉਹਨੂੰ ਗੋੜ ਛੋੜ ਦੇ ਵਗੈਰਾ ਜੀ, ਪਾਣੀ ਦਾ ਉਹਦਾ ਟਾਈਮ ਦਾ ਪਾਣੀ ਦਾ ਸਿਸਟਮ ਰੱਖੇ ਤਾਂ ਕਿ ਉਹਨੂੰ ਪਿਆਸ ਲੱਗੇ ਤੇ ਟਾਈਮ ਨਾਲ ਪਾਣੀ ਪੀ ਲਵੇ। ਇਹ ਨਾ ਕਿ ਉਹਨੂੰ ਪਿਆਸ ਲੱਗੀ ਦੇ ਹੋਏ ਤੇ ਉਹਨੂੰ ਪਾਣੀ ਨਾ ਮਿਲੇ। ਸਰ ਪਾਣੀ ਦਾ ਇੱਕ ਤੁਸੀਂ ਜ਼ਿਕਰ ਕੀਤਾ, ਪਾਣੀ ਜਿਹੜਾ ਉਹ ਫਾਰਮਿੰਗ ਦੇ ਉੱਤੇ ਕਿੰਨਾ ਕੁ ਡਿਪੈਂਡ ਕਰਦਾ, ਯਾਨੀ ਕਿ ਫਾਰਮਿੰਗ ਕਿੰਨੀ ਕੁ ਡਿਪੈਂਡ ਕਰਦੀ ਹੈ ਪਾਣੀ ਦੇ ਉੱਤੇ? ਫਾਰਮਿੰਗ ਦਾ ਇਨਸ਼ਾਅੱਲਾ ਤਾਲਾ ਸਾਡਾ ਤੇ ਹੈ ਕਿ ਅਸੀਂ ਆਪਣੀ ਜਾਨਵਰ ਨੂੰ ਅਗਰ ਦਿਨ ਦੇ ਵਿੱਚ ਅਗਰ ਉਹ 10 ਦਫਾ ਵੀ ਪਾਣੀ ਪੀਣਾ ਚਾਹੁੰਦਾ ਤਾਂ ਅਸੀਂ ਉਹਨੂੰ 10 ਦਫਾ ਵੀ ਪਾਣੀ ਪਿਲਾਉਂਦੇ ਹਾਂ। ਪਾਣੀ ਦੀ ਕੋਈ ਕਸਰ ਨਹੀਂ, ਕਿਉਂਕਿ ਪਾਣੀ ਦਾ ਇੱਕ ਐਸਾ ਅੱਲਾਹ ਤਬਾਰਕ ਤਾਲਾ ਦੀ ਨਿਮਤ ਹੈ ਕਿ ਇਨਸਾਨ ਤੋਂ ਲਾ ਕੇ ਹਰ ਉਹ ਰੂਹ ਜਿਹੜੀ ਆਈ ਦੀ ਹੈ ਦੁਨੀਆ ਤੇ ਉਹਦੇ ਵਾਸਤੇ ਜ਼ਰੂਰੀ ਹੈ। ਔਰ ਬੱਕਰੀ ਅੱਜ ਕੱਲ੍ਹ ਵੈਸੇ ਸਿੱਟਾ ਬਹੁਤ ਜ਼ਿਆਦਾ ਖਾਂਦੀ ਪਈ ਹੈ, ਇਹਦੀ ਵਜ੍ਹਾ ਨਾਲ ਇਹਨੂੰ ਪਿਆਸ ਵੀ ਜ਼ਿਆਦਾ ਲੱਗਦੀ ਹੈ, ਜਿਹਦੀ ਵਜ੍ਹਾ ਨਾਲ ਬੱਕਰੀ ਦੀ ਗਰੋਥ, ਬੱਕਰੀ ਦਾ ਦੁੱਧ, ਬੱਕਰੀ ਦਾ ਗੋਸ਼ਤ, ਬੱਕਰੀ ਦੀ ਜਿਹੜੀ ਹੈ ਨਾ ਉਹ ਹਰ ਚੀਜ਼ ਦੀ ਜਿਹੜੀ ਹੈ ਨਾ ਮਕਦਾਰ ਉਹ ਵੱਧ ਜਾਂਦੀ ਹੈ। ਸਰ ਪਾਣੀ ਦੇ ਨਾਲ ਜਿਹੜੇ ਫੈਟਿੰਗ ਵਾਸਤੇ ਯਾਨੀ ਕਿ ਮੋਟਾ ਕਰਨ ਵਾਸਤੇ ਲੇਲੇ ਰੱਖੇ ਦੇ ਨੇ, ਉਹਨਾਂ 'ਚ ਫਰਕ ਪੈਂਦਾ ਪਾਣੀ ਪੀਣ ਨਾਲ? ਹਾਂ ਬਿਲਕੁਲ ਫਰਕ ਪੈਂਦਾ ਜੀ। ਜਿਹੜੇ ਜਾਨਵਰ ਜਿਹੜੇ ਨੇ ਜਦੋਂ ਚੋਕ ਕੇ ਆਉਂਦੇ ਨੇ ਉਸ ਵਕਤ ਕਿ ਉਹ ਹੋਰ ਪੋਜੀਸ਼ਨ ਦੇ ਵਿੱਚ ਹੁੰਦੇ ਨੇ, ਜਦੋਂ ਉਹ ਮਾਸ਼ਾਅੱਲਾ ਪਾਣੀ ਪੀਂਦੇ ਨੇ ਹਾਂਜੀ, ਤੇ ਫਿਰ ਉਹ ਜਿਹੜਾ ਨਾ ਆਪਣੇ ਵਜ਼ਨ ਨੂੰ ਕੋਈ 2-2.5 ਕਿਲੋ 2.5 ਕਿਲੋ 3 ਕਿਲੋ ਵਜ਼ਨ ਜ਼ਿਆਦਾ ਕਰ ਲੈਂਦੇ ਨੇ ਪਾਣੀ ਦੀ ਨਿਸਬਤ। ਸਰ ਗੱਬਨ ਬੱਕਰੀ ਦਾ ਦੱਸਿਓ ਕਿ ਗੱਬਨ ਬੱਕਰੀ ਨੂੰ ਸੂਣ ਤੱਕ ਕਿਹੜੀਆਂ ਚੀਜ਼ਾਂ ਦੇਣੀ ਚਾਹੀਦੀਆਂ ਤੇ ਕਿਹੜੀ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ? ਸਰ ਬੱਕਰੀ ਨੂੰ ਅਸੀਂ ਤੇ ਬੱਕਰੀ ਨੂੰ ਸੂਣ ਦੇ ਦਰਮਿਆਨ ਜਿਹੜਾ ਨਾ ਕੋਈ 10 ਦਿਨ 12 ਦਿਨ, ਜਿਸ ਤਰ੍ਹਾਂ ਕਿ ਤੁਹਾਡੇ ਸਾਹਮਣੇ ਆ ਬੱਕਰੀ ਬਿਲਕੁਲ ਹੁਣ ਅੱਜ ਤਕਰੀਬਨ ਜਿਹੜਾ ਨਾ ਇਹ 4 ਤੋਂ 5 ਦਿਨ ਦੇ ਵਿੱਚ ਜਿਹੜਾ ਨਾ ਇਨਸ਼ਾਅੱਲਾ ਤਾਲਾ ਇਹ ਬੱਕਰੀ ਤਿਆਰ ਹੈ। ਠੀਕ, ਤੇ ਅਸੀਂ ਇਹਨੂੰ ਤੇ ਇੱਕ ਰੋਟੀ ਲਈਦਾ ਜੇ ਥੋੜੀ ਜਿਹੀ ਉਹਨੂੰ ਮੋਟਿਆ ਰੱਖ ਕੇ ਪਕਾਈਦਾ ਹਾਂਜੀ, ਫਿਰ ਉਹਦੇ ਵਿੱਚ ਜਿਹੜਾ ਨਾ ਦੇਸੀ ਘਿਓ ਨੂੰ ਤਕਰੀਬਨ ਕੋਈ 2 ਤੋਂ 3 ਚਮਚੇ ਖਾਣ ਵਾਲੇ ਉਹ ਸ਼ਾਮਲ ਕਰੀਦਾ, ਫਿਰ ਉਹਨੂੰ ਚੂਰੀ ਜੀ ਬਣਾ ਕੇ ਤੇ ਰੋਜ਼ਾਨਾ ਦੂਸਰੇ ਦਿਨ ਉਹਨੂੰ ਜਿਹੜਾ ਨਾ ਉਹ ਦੇ ਦਈਦਾ। ਇਸ ਤੋਂ ਇਲਾਵਾ ਤਾਂ ਕੋਈ ਐਸੀ ਕੋਈ ਖੁਰਾਕ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਯਾਨੀ ਮਸਲਨ 10 ਦਿਨ ਦਾ ਪ੍ਰੋਸੈਸ ਕਰਦੇ ਹੋ? ਹਾਂਜੀ ਬਸ ਇਹੋ ਵੱਡਾ ਪ੍ਰੋਸੈਸ ਸਾਡੇ ਕੋਲ ਇਹੋ ਹੀ ਹੈ ਕਿ ਜਿਹੜਾ 10 ਦਿਨ ਪਹਿਲੇ ਉਹਨੂੰ ਜਿਹੜਾ ਨਾ ਦੇਸੀ ਘਿਓ ਜਾਂ ਅਗਰ ਨਹੀਂ ਦੇਸੀ ਤੇ ਡਾਲਡਾ ਘਿਓ ਹਾਂਜੀ, ਉਹ ਉਹਨੂੰ ਜਿਹੜਾ ਨਾ ਤੇ ਖੁਰਾਕ ਉਹਦੀ ਥੋੜੀ ਜਿਹੀ ਦੂਸਰੇ ਜਾਨਵਰਾਂ ਦੀ ਨਿਸਬਤ ਚੰਗੀ ਕਰ ਡਬਲ ਕਰ ਲਈਦਾ। ਅੱਛਾ ਇਹਦੇ ਨਾਲ ਫਰਕ ਕੀ ਪੈਂਦਾ? ਇਹਦੇ ਨਾਲ ਫਰਕ ਤੇ ਇਹ ਪੈਂਦਾ ਕਿ ਜਿਹੜਾ ਨਾ ਉਹ ਘਿਓ ਹੁੰਦਾ ਜਿਹੜਾ ਜਾਂ ਡਾਲਡਾ ਲਾ ਲਓ, ਦੇਸੀ ਲਾ ਲਓ, ਉਹਦੇ ਨਾਲ ਜਾਨਵਰ ਦੇ ਅੰਦਰ ਜਿਹੜੀ ਹੈ ਨਾ ਇੱਕ ਥੰਧਿਆਈ ਜੀ ਪੈਦਾ ਹੋ ਜਾਂਦੀ ਹੈ, ਚਿਕਨਾਹਟ ਜੀ ਪੈਦਾ ਹੋ ਜਾਂਦੀ, ਉਹ ਫਿਰ ਉਹਨੂੰ ਬੱਚਾ ਪੈਦਾ ਕਰਨ ਲੱਗਿਆ ਜਿਹੜੀ ਹੈ ਨਾ ਬੱਕਰੀ ਨੂੰ ਏਡੀ ਵੱਡੀ ਪ੍ਰੋਬਲਮ ਨਹੀਂ ਹੁੰਦੀ ਹਾਂਜੀ, ਯਾਨੀ ਕਿ ਆਸਾਨੀਆਂ ਪੈਦਾ ਹੋ ਜਾਂਦੀਆਂ ਨੇ। ਸਰ ਬੱਕਰੀ ਨੂੰ ਮਤਲਬ ਇਹਦੀਆਂ ਕੋਈ ਹਦਾਇਤਾਂ ਵੀ ਹੋਣਗੀਆਂ ਕਿ ਇਹ ਚੀਜ਼ਾਂ ਨਹੀਂ ਪਾਣੀ, ਇਸ ਚੀਜ਼ ਤੋਂ ਇਹਨੂੰ ਬਚਾਉਣਾ ਹੈ? ਸਰ ਬਿਲਕੁਲ ਬਹੁਤ ਜ਼ਿਆਦਾ ਇਹਤਿਆਤਾਂ ਨੇ ਕਿ ਜਿਹੜੀਆਂ ਨੇ ਉਹ ਜਾਨਵਰਾਂ ਨੂੰ, ਬੱਕਰੀ ਨੂੰ ਖਾਸ ਕਰਕੇ ਜਿਹੜੀਆਂ ਨੇ ਨਾ, ਖਾਸ ਕਰਕੇ ਅੱਜ ਕੱਲ੍ਹ ਜਿਸ ਤਰ੍ਹਾਂ ਪੱਥਰ, ਤਾਜ਼ਾ ਪੱਥਰ ਨਿਕਲਿਆ ਦਾ ਹਾਂਜੀ, ਸ਼ਤੂਤ ਤੇ ਦਰੇਕ ਇਹ ਨਹੀਂ ਪਾਉਣਾ ਚਾਹੀਦਾ ਅੱਜ ਕੱਲ੍ਹ। ਕੱਚਾ ਪੱਥਰ, ਇਹ ਕੱਚਾ ਪੱਥਰ ਖਾਣ ਦੀ ਵਜ੍ਹਾ ਨਾਲ ਉਹਨੂੰ ਖਾਂਸੀ ਲੱਗ ਸਕਦੀ ਹੈ, ਦਮਾ ਘੁੱਟ ਦੀ ਬਿਮਾਰੀ ਲੱਗ ਸਕਦੀ ਹੈ, ਗਲ ਘੋਟੂ ਦੀ ਬਿਮਾਰੀ ਲੱਗ ਸਕਦੀ ਹੈ। ਤੇ ਸਿਰਫ ਜਿਹੜਾ ਨਾ ਬਾਹਰ ਘਾਸ ਭੂਸੇ ਦੇ ਉੱਤੇ ਜਿਹੜਾ ਨਾ ਬੱਕਰੀ ਆਪਣਾ ਗੁਜ਼ਾਰਾ ਕਰਦੀ। ਸਰ ਇੱਕ ਬੰਦਾ ਆਪਣਾ ਘਰ ਚਲਾਉਣਾ ਚਾਹੁੰਦਾ ਹੈ, ਕਿੰਨੀਆਂ ਬੱਕਰੀਆਂ ਰੱਖੇ ਤੋਂ ਘਰ ਦੇ ਲੋਨ ਵਿੱਚ ਟੁਰ ਪਏਗਾ?
ਅਗਰ ਇੱਕ ਬੰਦਾ ਆਪਣੇ ਘਰ-ਬਾਰ ਨੂੰ ਚਲਾਉਣਾ ਚਾਹੁੰਦਾ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਨਾ 5 ਤੋਂ 7 ਬੱਕਰੀਆਂ ਅਗਰ ਉਹਦੇ ਕੋਲ ਹੋਣ ਤੇ ਉਹਨੂੰ ਕੋਈ ਹੋਰ ਕੰਮ ਕਰਨ ਦੀ ਜ਼ਰੂਰਤ ਨਹੀਂ, ਉਹ ਆਪਣਾ ਜਿਹੜਾ ਨਾ ਘਰ ਰਹਿ ਕੇ ਆਪਣੀ ਜ਼ਰੂਰੀਆਤ ਜ਼ਿੰਦਗੀ ਜਿਹੜੀ ਆ ਨਾ ਉਹ ਪੂਰੀ ਕਰ ਸਕਦਾ ਹੈ। ਸਰ ਲਾਸਟ ਤੇ ਕਿਸਾਨ ਵੀਰਾਂ ਨੂੰ ਕੀ ਮਸ਼ਵਰਾ ਦੇਣਾ ਚਾਹੋਗੇ? ਲਾਸਟ ਮੈਂ ਆਪਣੇ ਭਾਈਆਂ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਇਹ ਚਲੋ ਕਿਸੇ ਇਨਸਾਨ ਦਾ ਕੰਮ ਹੋਵੇ ਤੇ ਫਿਰ ਤੇ ਚਲੋ ਬੰਦਾ ਕਹਿ ਸਕਦਾ ਕਿ ਯਾਰ ਘਾਟਾ ਵੀ ਹੈ ਤੇ ਮੁਨਾਫਾ ਵੀ ਹੈ, ਹਾਂਜੀ। ਲੇਕਿਨ ਇਹ ਫਿਰ ਮੈਂ ਤੁਹਾਨੂੰ ਦੱਸਦਾ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੀ ਹੈ ਨਾ ਇਹ ਬਹੁਤ ਵੱਡੀ ਇੱਕ ਸੁਨਨਤ ਵੀ ਹੈ, ਹਾਂਜੀ। ਇੱਕ ਉਹਨਾਂ ਨੇ ਕਰਕੇ ਵੀ ਦੱਸਿਆ ਸਾਨੂੰ, ਹਾਂਜੀ। ਤੇ ਫਿਰ ਅੱਲਾਹ ਤਬਾਰਕ ਤਾਲਾ ਦੀ ਜ਼ਾਤ ਨੇ ਵੀ ਫਰਮਾਇਆ ਕਿ ਬੱਕਰੀ ਰੱਖੋ, ਬੱਕਰੀ ਰੱਖਣ ਦੇ ਨਾਲ ਜਿਹੜਾ ਨਾ ਘਰ ਦੇ ਵਿੱਚ ਗੁਰਬਤ ਖਤਮ ਹੋ ਜਾਂਦੀ ਹੈ, ਬਰਕਤਾਂ ਨੇ ਇਹਦੇ 'ਚ। ਬਰਕਤਾਂ ਨੇ, ਹਾਂਜੀ। ਦੂਸਰਾ ਇਹ ਹੈ ਕਿ ਜਿਹੜੀ ਇਨਸਾਨੀ ਜਿਸਮ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਐਸੀਆਂ ਬਿਮਾਰੀਆਂ ਨੇ ਕਿ ਜਿਹੜਾ ਬੱਕਰੀ ਅਗਰ ਤੁਸੀਂ ਬੱਕਰੀ ਚਾਰਦੇ ਹੋ ਤੇ ਤੁਹਾਡੇ ਜਿਹੜੇ ਨੇ ਉਹ ਬਿਮਾਰੀਆਂ ਨੂੰ ਵੀ ਕੰਟਰੋਲ ਕਰਦੀ ਹੈ। ਯਾਨੀ ਫਿਜ਼ੀਕਲੀ ਬੰਦਾ ਬਿਹਤਰ ਹੋ ਫਿਜ਼ੀਕਲ ਤੌਰ ਤੇ ਬੰਦਾ ਮੋਟਾਪਾ, ਸ਼ੂਗਰ ਦਾ ਮਰੀਜ਼ ਹੈ, ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ, ਉਹ ਇਹਦੇ ਨਾਲ ਚੱਲੇਗਾ, ਸਫ਼ਰ ਕਰੇਗਾ ਤੇ ਇਨਸ਼ਾ ਅੱਲਾਹ ਤਾਲਾ ਮੈਂ ਆਪਣੀ ਤੁਹਾਨੂੰ ਹਾਲਤ ਦੱਸਣਾ ਕਿ ਮੈਂ ਜਦੋਂ ਆਰਮੀ 'ਚੋਂ ਆਇਆ ਮੈਂ ਭਲਵਾਨ ਸਾਂ ਤੇ ਮੈਂ ਟੁਰ ਵੀ ਨਹੀਂ ਸਕਦਾ, ਲੇਕਿਨ ਅੱਜ ਮੈਂ ਅਲਹਮਦੁਲਿਲਾ 18 ਤੋਂ 20 ਕਿਲੋ ਵਜ਼ਨ ਆਪਣਾ ਘੱਟ ਕਰਕੇ ਤੇ ਇਹਨਾਂ ਬੱਕਰੀਆਂ ਦਾ ਵਧਾ ਦਿੱਤਾ। ਮਾਸ਼ਾਅੱਲਾ। ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਸੀਂ Thank ਆਪਣਾ you ਕੀਮਤੀ ਜਨਾਬ। ਵਕਤ ਦਿੱਤਾ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼।